ਸਤਿ ਸ਼੍ਰੀ ਅਕਾਲ ਦੋਸਤੋ, ਅਸੀਂ ਦੋਨੋਂ ਠੀਕ ਆ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਠੀਕ ਹੋਵੋਗੇ। ਤੇ ਕੱਲ ਜਿਹੜਾ ਤੁਸੀਂ ਵਲੌਗ ਦੇਖਿਆ ਸੀ ਉਹ ਸਾਡਾ ਵਲੌਗ 29 ਮਈ ਨੂੰ ਆਪਾਂ ਰਿਕਾਰਡ ਕਰ ਲਿਆ ਸੀ, ਸ਼ੂਟ ਕਰ ਲਿਆ ਸੀ। 29 ਮਈ ਉਹੀ ਦਿਨ ਸੀ ਜਿਸ ਦਿਨ ਬੜੀ ਦੁਖਦਾਈ ਘਟਨਾ ਵਾਪਰੀ ਸੀ ਸਾਡੇ ਪੰਜਾਬ ਦੇ ਵਿੱਚ, ਜਦੋਂ ਸਿੱਧੂ ਮੂਸੇਵਾਲੇ ਬਾਈ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਸਾਡਾ ਮਤਲਬ ਦਿਲ ਜਿਹਾ ਨਹੀਂ ਕੀਤਾ ਕੋਈ ਵਲੌਗ ਬਣਾਉਣ ਨੂੰ। ਤੇ ਨਾਲ ਹੀ 1 ਤਰੀਕ ਤੋਂ ਘੱਲੂਘਾਰੇ ਦਾ ਬਾਰੇ ਤੁਹਾਨੂੰ ਪਤਾ ਹੀ ਹੈ ਕੀ ਖੂਨੀ ਹਾਦਸਾ ਵਾਪਰਿਆ ਸੀ, ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੇਗੁਨਾਹ ਸਿੱਖ ਸੰਗਤਾਂ ਜਾਂ ਹੋਰ ਕਈ ਸੰਗਤਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ। ਇਸ ਕਰਕੇ ਆਪਾਂ ਕੋਈ ਵਲੌਗ ਨਹੀਂ ਪਾਇਆ ਤੇ ਅੱਜ ਨਵਾਂ ਵਲੌਗ ਸ਼ੂਟ ਕਰ ਰਹੇ ਹਾਂ ਆਪਾਂ। ਮਤਲਬ ਇਹ ਅੱਜ ਸ਼ੂਟ ਕਰ ਰਹੇ ਹਾਂ ਉਹਨਾਂ ਸਾਰੇ ਦਿਨਾਂ ਤੋਂ ਬਾਅਦ। ਤੇ ਬੇਸਿਕਲੀ ਹੁਣ ਆਪਾਂ ਦੁਬਾਰਾ ਸ਼ੁਰੂਆਤ ਕੀਤੀ ਹੈ। ਤੇ ਅੱਜ ਕਿਰਨ ਨੇ ਸਬਜ਼ੀ ਬਣਾ ਲਈ ਹੈ। ਕੀ ਸਬਜ਼ੀ ਬਣਾਈ ਹੈ? ਕਰੇਲੇ ਤੇ ਚਨਾ ਦਾਲ। ਚਨਿਆਂ ਦੀ ਦਾਲ ਤੇ ਕਰੇਲੇ। ਆਓ ਬੈਠੋ, ਆਜੋ ਬਹਿ ਜਾਓ। ਮੈਨੂੰ ਪਤਾ ਇਹ ਸਬਜ਼ੀ ਬਣਾ ਕੇ ਥੱਕ ਗਏ ਨੇ। ਗਰਮੀ ਬਹੁਤ ਹੈ। ਕਿੰਨੀ ਗਰਮੀ ਹੈ? ਬਾਹਰ ਗਈ ਨਾ ਕੂੜਾ ਸੱਟਣ, ਬਹੁਤ ਸੇਕ ਚੱਲ ਰਿਹਾ ਹਵਾ ਪੂਰੀ ਬਹੁਤ। ਜਿਵੇਂ ਹੀਟਰ ਚੱਲ ਰਿਹਾ ਹੁੰਦਾ ਬਲੋਰ। ਹੁਣੇ ਤੁਸੀਂ ਦਰਵਾਜ਼ੇ ਤੋਂ ਬਾਹਰ ਨਿਕਲੋਗੇ ਨਾ ਤੁਹਾਨੂੰ ਪਤਾ ਲੱਗ ਜਾਊਗਾ ਹਵਾ ਚੱਲ ਰਹੀ ਬੜੀ ਗਰਮ ਹਵਾ ਸੀ, ਲੂ ਚੱਲ ਰਹੀ ਹੈ। ਮੈਂ ਜਾਣਾ ਬਾਹਰ ਐਕਚੁਅਲ ਵਿੱਚ ਹਾਂ ਗੱਡੀ ਤੇ ਜਾਵਾਂਗਾ, ਸਕੂਟੀ ਤੇ ਤਾਂ ਬੁਰਾ ਹਾਲ ਹੋ ਜਾਏਗਾ। ਮੈਂ ਐਕਚੁਅਲੀ ਸੁਵਿਧਾ ਕੇਂਦਰ ਜਾਣਾ ਹੈ। ਉਹ ਕਿਉਂ ਜਾਣਾ? ਮੇਰਾ ਨਾ ਬਰਥ ਸਰਟੀਫਿਕੇਟ ਨਹੀਂ ਹੈਗਾ। ਮੈਂ ਪਹਿਲਾਂ ਵੀ ਅਪਲਾਈ ਕੀਤਾ, ਮਤਲਬ 4-5 ਮਹੀਨੇ ਪਹਿਲਾਂ ਅਪਲਾਈ ਕੀਤਾ ਸੀ, ਮਿਲਿਆ ਹੀ ਨਹੀਂ। ਮੈਂ 4-5 ਮਹੀਨੇ ਨਹੀਂ ਯਾਰ, ਕਾਫੀ ਟਾਈਮ ਪਹਿਲਾਂ ਅਪਲਾਈ ਕੀਤਾ ਸੀ, ਆਇਆ ਹੀ ਨਹੀਂ। ਸਰਕਾਰੀ ਕੰਮ ਨੇ। ਤੇ ਹੁਣ ਮੈਂ ਫਿਰ ਸੁਵਿਧਾ ਕੇਂਦਰ ਜਾਊਂਗਾ ਵੀ ਮੇਰਾ ਕਿਉਂ ਨਹੀਂ ਆਇਆ ਬਰਥ ਸਰਟੀਫਿਕੇਟ, ਵੀ ਮੈਨੂੰ ਦਿਓ। ਦੇਖਦੇ ਹਾਂ ਵੀ ਕੀ ਕਾਰਨ ਹੈ। ਜੇ ਨਹੀਂ ਵੀ ਹੈਗਾ ਮੈਨੂੰ ਉਹਦਾ ਨੋਟ ਫਾਊਂਡ ਦਾ ਰਿਕਾਰਡ ਤਾਂ ਦਿਓ। ਉਹ ਘਰ ਦੇ ਤਾਂ ਕਹਿੰਦੇ ਸੀ ਵੀ ਇਹ ਹੈਗਾ ਸੀ, ਕੋਈ ਲਿਖਵਾਇਆ ਸੀ ਸਾਰਾ ਕੁਛ, ਹੈ ਨਾ। ਪੁਰਾਣੀਆਂ ਗੱਲਾਂ ਕਿਹੜਾ ਯਾਦ ਹੁੰਦੀਆਂ ਨੇ। ਨਹੀਂ ਤਾਂ ਕੁਛ ਨਾ ਕੁਛ ਤਾਂ ਰਿਕਾਰਡ ਲਊਂਗਾ, ਕਿਉਂਕਿ ਮੈਨੂੰ ਕਿਸੇ ਕੰਮ ਲਈ ਚਾਹੀਦਾ ਉਹ ਆਪਣਾ ਬਰਥ ਸਰਟੀਫਿਕੇਟ। ਤੇ ਉਸ ਤੋਂ ਇਲਾਵਾ ਅੱਜ ਅਸੀਂ ਇੱਕ ਹੋਰ ਕੰਮ ਕਰਨ ਲੱਗੇ ਹਾਂ ਜਿਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ। ਇੱਧਰ ਆ ਕੇ ਮੈਂ ਬਹਿ ਕੇ, ਇੱਧਰ ਏਸੀ ਦੀ ਹਵਾ ਸਿੱਧੀ ਪੈਂਦੀ ਹੈ। ਚੱਕਰ ਕੀ ਹੈ, ਅੱਜ ਆਪਾਂ ਥੋੜ੍ਹੇ ਜਿਹੇ ਜਾਗਰੂਕ ਹੋਏ ਹਾਂ ਕਿਸੇ ਚੀਜ਼ ਤੋਂ। ਕੀ ਹੋਇਆ ਜਾਗਰੂਕ, ਮੈਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਤੁਹਾਨੂੰ ਦੇਣਾ ਚਾਹੁੰਦਾ ਤੇ ਮੈਂ ਚਾਹੁੰਦਾ ਵੀ ਤੁਸੀਂ ਵੀ ਉਸ ਚੀਜ਼ ਦੇ ਉੱਪਰ ਗੌਰ ਕਰਿਓ। ਮੇਰਾ ਇੱਕ ਵਾਕਫ ਬੰਦਾ ਹੈ, ਨਾਲ ਹੀ ਉਹਦੀ ਇੱਕ ਦੁਕਾਨ ਹੈ ਨਾ। ਮੈਂ ਉਸ ਤੋਂ ਇੱਕ ਕੁਝ ਸਮਾਨ ਲੈ ਕੇ ਆਇਆ ਤੇ ਬੜਾ ਵਧੀਆ ਹੱਸਦਾ ਖੇਡਦਾ ਪਿਆ ਸੀ ਬੰਦਾ। ਅਗਲੇ ਦਿਨ ਮੈਂ ਕਿਸੇ ਹੋਰ ਕੰਮ ਲਈ ਗਿਆ ਉਹਦੀ ਸ਼ਾਪ 'ਤੇ। ਉਹਦੇ ਬ੍ਰਦਰ ਨੇ ਦੱਸਿਆ ਕਿ ਉਹਨੂੰ ਹਾਰਟ ਅਟੈਕ ਹੋਇਆ ਤੇ ਹਸਪੀਟਲ ਐਡਮਿਟ ਹੈ। ਮੈਂ ਸ਼ੌਕਡ, ਹੈ ਨਾ, ਇੰਨਾ ਜ਼ਿਆਦਾ ਸ਼ੌਕ ਵੀ ਇਹ ਕੱਲ੍ਹ ਤਾਂ ਚੰਗਾ ਭਲਾ ਬੈਠਾ ਸੀ, ਪਰ ਟੱਚਵੁੱਡ ਬਾਬੇ ਦੀ ਕਿਰਪਾ ਨਾਲ ਉਹ ਠੀਕ ਹੈ। ਹੁਣ ਉਹਦੇ ਸਟੰਟ ਪਿਆ ਕੋਈ। ਤੇ ਉਹਨੇ ਮੈਨੂੰ ਦੱਸਿਆ ਕਿ ਸਾਡਾ ਤਕਰੀਬਨ 4.5 ਲੱਖ ਰੁਪਇਆ ਲੱਗ ਗਿਆ ਹੈ ਵੀ ਇੱਕ ਦਿਨ ਦੇ ਅੰਦਰ ਹੀ। ਤੇ ਅਸੀਂ ਮਤਲਬ ਸ਼ੁਕਰ ਹੈ ਵੀ ਮੈਡੀਕਲ ਇੰਸ਼ੋਰੈਂਸ ਹੈਗੀ ਸੀ ਸਾਡੇ ਕੋਲ, ਜਿਹਦੇ ਕਰਕੇ ਸਾਡਾ ਬਚਾਅ ਹੋ ਗਿਆ। ਠੀਕ ਹੈ, ਇਹ ਚੀਜ਼ ਮੈਨੂੰ ਬੜੀ ਵਧੀਆ ਲੱਗੀ ਕਿ ਜੇ ਆਪਾਂ ਮੈਡੀਕਲ ਇੰਸ਼ੋਰੈਂਸ ਆਪਣੇ ਕੋਲ ਹੋਏ ਤੇ ਆਪਣਾ ਰੱਬ ਨਾ ਕਰੇ ਕਦੇ, ਖੁਦਾ ਨਾ ਖਾਸਤਾ ਕਦੇ ਜ਼ਿੰਦਗੀ ਦੇ ਵਿੱਚ ਕੋਈ ਐਸਾ ਭਾਣਾ ਕਿਸੇ ਨਾਲ ਵੀ ਵਾਪਰੇ, ਕੁਝ ਵੀ ਹੋ ਜੇ, ਤਾਂ ਤੁਸੀਂ ਸਿਕਿਉਰ ਤਾਂ ਹੋਵੋਗੇ, ਹੈ ਨਾ। ਐਮਰਜੈਂਸੀ ਦੇ ਵਿੱਚ ਕਦੇ ਸਾਨੂੰ ਇੰਨਾ ਪੈਸਾ ਕੱਢਣਾ ਪੈ ਜੇ, ਵੈਸੇ ਤਾਂ ਕਦੇ ਕਿਸੇ ਨੂੰ ਲੋੜ ਨਾ ਪਵੇ, ਲੇਕਿਨ ਤੁਹਾਨੂੰ ਸਿਕਿਉਰਿਟੀ ਜ਼ਰੂਰੀ ਹੈ। ਅਸੀਂ ਵੀ ਵੈਸੇ ਗੋਲਦੇ ਨਹੀਂ ਹੁੰਦੇ ਸੀ ਆਹ ਚੀਜ਼ਾਂ ਵੀ, ਹੈ ਨਾ, ਵੀ ਕਿਉਂ ਕੀ ਲੋੜ ਹੈ ਇਹਦੀ। ਬਟ ਨਾ 1 2 3 4 ਮੈਨੂੰ ਕੇਸ ਦੇਖ ਚੁੱਕਾ ਕੁਛ ਇਹੋ ਜਿਹੇ, ਤੇ ਉਹਦੇ ਨਾਲ ਡਰ ਲੱਗਣ ਲੱਗ ਜਾਂਦਾ। ਕਿਉਂਕਿ ਯਾਰ ਤੁਹਾਨੂੰ ਪਤਾ ਹੀ ਆਪਣਾ ਖਾਣ ਪਾਣ, ਭਾਵੇਂ ਆਪਾਂ ਜਿੰਨਾ ਮਰਜ਼ੀ ਵਧੀਆ ਖਾ ਲਈ, ਲੇਕਿਨ ਜੋ ਆਪਾਂ ਸਬਜ਼ੀਆਂ ਲੈ ਕੇ ਆਉਂਦੇ ਹਾਂ ਮਾਰਕੀਟ ਤੋਂ ਜਾਂ ਫਰੂਟ ਲੈ ਕੇ ਆਉਂਦੇ ਹਾਂ, ਮਿਲਾਵਟਾਂ ਤਾਂ ਹੁੰਦੀਆਂ ਨੇ ਉਹਨਾਂ ਦੇ ਵਿੱਚ, ਹੈ ਨਾ। ਰੇਹਾਂ ਸਪਰੇਆਂ ਕੀਤੀਆਂ ਹੁੰਦੀਆਂ ਨੇ। ਦੁੱਧ ਜਿਹੜਾ ਪੀਂਦੇ ਹਾਂ ਆਪਾਂ ਉਹ ਵੀ ਇੰਨਾ ਪਿਓਰ ਨਹੀਂ ਹੁੰਦਾ, ਕਿਉਂਕਿ ਪੱਠਿਆਂ ਨੂੰ ਵੀ ਆਪਾਂ ਸਪਰੇਆਂ ਕਰਦੇ ਹਾਂ। ਉਹੀ ਦੁੱਧ ਉਹੀ ਪੱਠੇ ਡੰਗਰ ਖਾਂਦੇ ਨੇ, ਤਾਂ ਉਹ ਦੁੱਧ ਆਪਾਂ ਪੀਂਦੇ ਹਾਂ। ਯੂਰੀਆ ਆਪਣੇ ਅੰਦਰ ਜਾਂਦਾ। ਆਪਾਂ ਨੂੰ ਕੁਛ ਨਹੀਂ ਪਤਾ, ਅੱਜ ਬੰਦਾ ਬੈਠਾ ਕੁਛ ਕਦੇ ਵੀ ਕੁਛ ਹੋ ਜੇ, ਹੈ ਨਾ, ਕਿਸੇ ਨੂੰ। ਮੈਂ ਡਰਾ ਨਹੀਂ ਰਿਹਾ, ਲੇਕਿਨ ਮੈਂ ਇੱਕ ਉਹ ਕੀਤਾ ਕਿ ਮੈਂ ਤੇ ਕਿਰਨ ਨੇ ਫੈਸਲਾ ਕੀਤਾ ਵੀ ਆਪਾਂ ਇੱਕ ਹੈਲਥ ਇੰਸ਼ੋਰੈਂਸ ਲੈ ਲੈਂਦੇ ਹਾਂ ਛੋਟੀ ਜੀ, ਇੱਕ ਦੋਨਾਂ ਵਾਸਤੇ, ਤਾਂ ਕਿ ਸੇਫਟੀ ਰਵੇ। ਰੱਬ ਨਾ ਕਰੇ ਕਦੇ ਕੁਛ ਹੋਵੇ, ਤੁਹਾਡੀਆਂ ਦੁਆਵਾਂ ਤਾਂ ਹੈਗੀਆਂ ਨੇ, ਪਰ ਫਿਰ ਵੀ ਲੈ ਲੈਣੀ ਚਾਹੀਦੀ ਹੈ। ਤੇ ਮੈਂ ਜਿਹੜੀ ਹੈਲਥ ਇੰਸ਼ੋਰੈਂਸ ਲਊਂਗਾ ਥੋੜ੍ਹਾ ਜਿਹਾ ਤੁਹਾਨੂੰ ਉਹਦੇ ਬਾਰੇ ਦੱਸੂੰਗਾ। ਤੁਸੀਂ ਵੀ ਲੈਣੀ ਹੋਵੇ ਤਾਂ ਜ਼ਰੂਰ ਲੈ ਸਕਦੇ ਹੋ, ਉਹ ਇੱਕ ਸੇਫਟੀ ਹੈ। ਤੇ ਇੱਕ ਗੱਲ ਮੈਂ ਹੋਰ ਦੱਸਣਾ ਤੁਹਾਨੂੰ, ਜ਼ਿਆਦਾਤਰ ਹੈਲਥ ਇੰਸ਼ੋਰੈਂਸ ਕੌਣ ਲੈਂਦਾ ਹੈ? ਉਹੀ ਲੈਂਦੇ ਨੇ ਜਿਨ੍ਹਾਂ ਕੋਲ ਜ਼ਿਆਦਾ ਪੈਸਾ ਹੁੰਦਾ। ਲੈਂਦੇ ਵੀ ਉਹੀ ਨੇ ਜਿਹੜੇ ਵਿਚਾਰੇ ਮਿਡਲ ਕਲਾਸ ਹੁੰਦੇ ਨੇ ਜਾਂ ਲੋਅਰ ਮਿਡਲ ਕਲਾਸ ਹੁੰਦੇ ਨੇ, ਗਰੀਬ ਪਰਿਵਾਰ ਹੁੰਦੇ ਨੇ, ਉਹ ਹੈਲਥ ਇੰਸ਼ੋਰੈਂਸ ਲੈਂਦੇ ਨਹੀਂ ਗੇ। ਤੇ ਪਰੇਸ਼ਾਨੀ ਵੀ ਉਹਨਾਂ ਨੂੰ ਹੀ ਜ਼ਿਆਦਾ ਆਉਂਦੀ, ਕਿਉਂਕਿ ਹਸਪੀਟਲ ਦੇ ਬਹੁਤ ਵੱਡੇ ਬਿੱਲ ਹੁੰਦੇ ਨੇ। ਜਦੋਂ ਰੱਬ ਨਾ ਕਰੇ ਕਦੇ ਕਿਸੇ ਨੂੰ ਜਾਣਾ ਪੈ ਜਾਏ ਨਾ, ਬਹੁਤ ਵੱਡੇ ਬਿੱਲ ਆਉਂਦੇ ਨੇ। ਤੇ ਪਿਸਦਾ ਗਰੀਬ ਇਨਸਾਨ ਹੀ ਹੈ। ਤਾਂ ਜ਼ਿਆਦਾ ਮਹਿੰਗੀ ਨਹੀਂ, ਕੋਈ ਜਿਹੜੀ ਮੰਥਲੀ ਬੇਸਿਸ ਦੇ ਉੱਪਰ ਜਿਹਦੀ ਚੱਲਦੀ ਹੈ ਨਾ EMI, ਉਹ ਵਾਲੀ ਕੋਈ ਲੈ ਲਿਆ ਕਰੋ, ਪਰ ਲੈ ਲਿਓ ਜ਼ਰੂਰ, ਹੈ ਨਾ।
ਮੈਨੂੰ ਪਤਾ ਤੁਹਾਡੇ ਵਿੱਚ ਬਹੁਤ ਸਾਰੇ ਵਿਊਅਰਸ ਨੇ ਹੈਲਥ ਇੰਸ਼ੋਰੈਂਸ ਲਿੱਤੀ ਹੋਏਗੀ ਤੇ ਹੋਰ ਕਈ ਚੀਜ਼ਾਂ ਕਰਾਏ ਹੋਣਗੇ ਜਿਨ੍ਹਾਂ ਨੂੰ ਬਾਕੀ ਪਤਾ ਹੈ, ਕੋਈ ਬੈਟਰ ਪਲਾਨਸ ਪਤਾ ਨਹੀਂ, ਪਲੀਜ਼ ਨੀਚੇ ਕਮੈਂਟ ਕਰਕੇ ਜ਼ਰੂਰ ਦੱਸਿਓ। ਕਈ ਵਾਰ ਕੋਈ ਡਰਾਬੈਕ ਵੀ ਹੁੰਦੇ ਨੇ, ਕਈ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਪਤਾ ਹੁੰਦੀਆਂ। ਬਾਕੀ ਮੈਂ ਹੁਣ ਥੋੜੀ ਸਰਚ ਕਰੂੰਗਾ, ਸਟੱਡੀ ਕਰੂੰਗਾ ਲੈਪਟਾਪ ਖੋਲ ਕੇ, ਦੇਖੂੰਗਾ ਵੀ ਕਿਹੜੀ ਪਲਾਨ ਵਧੀਆ ਹੁੰਦੇ ਨੇ, ਕਿਹੜਾ ਸਾਰਾ ਕੁਝ ਸਰਚ ਕਰਕੇ ਜਿਹੜੀ ਮੈਂ ਲਊਂਗਾ ਫਿਰ ਤੁਹਾਨੂੰ ਦੱਸੂੰਗਾ, ਹੈ ਨਾ। ਤੇ ਜੇ ਤੁਹਾਨੂੰ ਕੋਈ ਪਤਾ ਪਲੀਜ਼ ਮੈਂਸ਼ਨ ਕਰ ਦਿਓ। ਕੱਲ੍ਹ ਦੇ ਵਲੋਗ ਇਸ ਮਤਲਬ ਅੱਜ ਤੁਸੀਂ ਮੈਂਸ਼ਨ ਕਰ ਦਿਓ, ਕੱਲ੍ਹ ਤੱਕ ਮੈਨੂੰ ਦੱਸ ਦਿਓ ਕਿਉਂਕਿ ਮੈਂ ਅੱਜ ਕੱਲ੍ਹ 'ਚ ਲੈ ਲੈਣੀ ਹੈ ਇੰਸ਼ੋਰੈਂਸ। ਤੇ ਹੁਣ ਫਿਰ ਮੈਂ ਚੱਲਦਾ ਸੁਵਿਧਾ ਕੇਂਦਰ, ਆਪਣਾ ਕੰਮ ਮੈਂ ਜਿਹੜਾ ਕਰਕੇ ਆਉਣਾ ਉਹ ਨਿਬੇੜਾਈਏ, ਉਸ ਤੋਂ ਬਾਅਦ ਆ ਕੇ ਰੋਟੀ ਖਾਂਦੇ ਹਾਂ ਤੇ ਅਗਲਾ ਪ੍ਰੋਗਰਾਮ ਕਰਦੇ ਹਾਂ। ਆਧਾਰ ਕਾਰਡ ਇਹਦੇ 'ਚ ਆਈਏ ਦੇਖੋ, ਪਰਸ ਵੀ ਚਾਹੀਦਾ। ਪਰਸ ਕਿਹਦੀ ਕੀ ਲੋੜ ਹੈ? ਹਾਂ ਦੇ ਦਿਓ ਯਾਰ, ATM ਤੋਂ ਜੇ ਉਹਨਾਂ ਕੋਲ ਗੂਗਲ ਪੇ ਨਾ ਹੋਇਆ ਫਿਰ ਚਾਬੀ ਲੈ ਲਈ ਗੱਡੀ ਦੀ। ਚਾਬੀ ਲੈ ਲਈ। ਓਕੇ ਬਾਏ। ਹੈ ਅੰਦਰ ਚਲੀਏ। ਤੁਸੀਂ ਅੰਦਰ ਚੱਲੋ ਫਿਰ ਮੈਂ ਆਇਆ। ਲੋ ਜੀ, ਮੈਂ ਇੱਥੋਂ ਗੱਡੀ ਕੱਢਣੀ ਹੈ। ਆ ਜਿਹੜਾ ਆਪਾਂ ਗੁਲਟੂ ਜਿਹਾ ਟੰਗਿਆ ਸੀ ਨਾ ਅੱਗੇ ਉਹਦੇ ਸ਼ੀਸ਼ੇ ਤੇ, ਉਹਦੇ ਕਰਕੇ ਬੜਾ ਵਧੀਆ ਸਿਸਟਮ ਜਿਹਾ ਬਣ ਗਿਆ ਵਿਊ ਦਾ। ਆਹ ਗੱਡੀ ਮੈਨੂੰ ਕੱਢਣ ਦਾ ਤਰੀਕਾ, ਚਲੋ ਹੁਣ ਅੱਗੇ ਪਿੱਛੇ ਬੈਕ ਬਹੁਤ ਕਰਨੀ ਪੈਂਦੀ ਹੈ ਇਹ। ਆਪਾਂ ਚੱਲੇ ਹਾਂ ਜੀ ਸੁਵਿਧਾ ਸੈਂਟਰ ਹੁਣ, ਕਿਉਂਕਿ ਤੁਹਾਨੂੰ ਦੱਸਿਆ ਮੈਂ ਆਪਣਾ ਬਰਥ ਸਰਟੀਫਿਕੇਟ ਲੈਣਾ। ਬਰਥ ਸਰਟੀਫਿਕੇਟ ਮੈਂ ਅਪਲਾਈ ਕੀਤਾ ਸੀ, ਹਲੇ ਤੱਕ ਆਇਆ ਨਹੀਂ, ਬਹੁਤ ਟਾਈਮ ਹੋ ਗਿਆ ਅਪਲਾਈ ਕੀਤੇ ਨੂੰ, ਮੈਂ ਵੀ ਭੁੱਲ ਗਿਆ ਸੀ। ਤੇ ਹੁਣ ਮੈਨੂੰ ਸਹੀ ਦੱਸਾਂ ਤਾਂ ਉਹਦੀ ਰਿਸਿਪਟ ਵੀ ਹੈ ਨਹੀਂ ਮੇਰੇ ਕੋਲ, ਮੈਂ ਭੁੱਲ ਗਿਆ ਮੈਂ ਕਿੱਥੇ ਸੱਟ ਦਿੱਤੀ ਉਹਦੀ ਰਿਸਿਪਟ, ਰੱਖੀ ਹੈ ਸਾਂਭ ਕੇ ਕਿ ਨਹੀਂ ਰੱਖੀ, ਕਿਉਂਕਿ ਲੱਭਣ ਦੀ ਮੈਂ ਕੋਸ਼ਿਸ਼ ਕੀਤੀ ਸੀ, ਕਿਰਨ ਨੇ ਵੀ ਲੱਭੀ, ਉਹ ਲੱਭੀ ਨਹੀਂ। ਤੇ ਹੁਣ ਉੱਥੇ ਜਾ ਕੇ ਦੇਖਦਾ ਕੀ ਅਪਡੇਟ ਮਿਲਦੀ ਹੈ। ਵੈਸੇ ਇਹ ਸਰਕਾਰੀ ਕੰਮ ਨੇ, ਤੁਹਾਨੂੰ ਪਤਾ ਬੜੇ ਖਤਰਨਾਕ ਜਿਹੇ ਹੁੰਦੇ ਨੇ। ਮੈਨੂੰ ਚਾਹੀਦਾ ਜੇ ਦੇਣਗੇ ਠੀਕ ਹੈ, ਨਹੀਂ ਤਾਂ ਕਹਾਂਗਾ ਨੋਟ ਫਾਊਂਡ ਦਾ ਮੈਨੂੰ ਉਹ ਦੇ ਦਿਓ, ਰਿਕਾਰਡ ਦੇ ਦਿਓ ਵੀ ਨੋਟ ਫਾਊਂਡ, ਹੋਰ ਕੀ, ਉਹਦੇ ਨਾਲ ਵੀ ਮੇਰਾ ਕੰਮ ਚੱਲ ਜਾਊਗਾ। ਵੈਸੇ ਤਾਂ ਲੋੜ ਪੈਂਦੀ ਨਹੀਂ, ਪਰ ਜਦੋਂ ਕਦੇ ਪੈ ਜੇ ਛੋਟੇ ਮੋਟੇ ਕੰਮ ਲਈ ਤਾਂ ਹੈ ਨਾ, ਤਾਂ ਪੈ ਜਾਂਦੀ ਹੈ। ਕਦੇ ਦੱਸਾਂਗਾ ਤੁਹਾਨੂੰ ਵੀ ਮੈਨੂੰ ਕਿਉਂ ਲੋੜ ਪਈ ਉਹਦੀ। ਵੈਸੇ ਕੋਈ ਏਡਾ ਮੇਜਰ ਕੰਮ ਨਹੀਂਗਾ, ਕੋਈ ਛੋਟਾ ਮੋਟਾ ਕੰਮ ਹੈ ਜਿਹਦੇ ਕਰਕੇ ਮੈਨੂੰ ਬਰਥ ਸਰਟੀਫਿਕੇਟ ਦੀ ਜ਼ਰੂਰਤ ਪਈ ਹੈ। ਹੋ ਰਿਹਾ ਜੀ ਸਾਹਮਣੇ ਸੁਵਿਧਾ ਕੇਂਦਰ। ਤਕਰੀਬਨ 2 ਘੰਟੇ ਇੱਥੇ ਮੈਂ ਬੈਠਿਆ ਔਰ ਪੱਕ ਗਿਆ ਚੰਗੀ ਤਰ੍ਹਾਂ। ਬੜਾ ਹਨੇਰਾ ਕਰਕੇ ਬੈਠੇ ਹੋ ਕਿਰਨ, ਬੜੀ ਲੇਟ ਹੋ ਗਏ ਯਾਰ ਉਹਨਾਂ ਨੇ ਟਾਈਮ ਹੀ ਬੜਾ ਲਾਇਆ ਯਾਰ। ਮੈਂ ਤਾਂ ਪਛਤਾ ਰਿਹਾ ਵੀ ਕਿਉਂ ਗਿਆ ਮੈਂ। ਚਲੋ ਖਾਣਾ ਖਾ ਲਓ। ਏਸੀ ਵੀ ਬੰਦ ਕਰਕੇ ਬੈਠੇ ਹੋ ਤੁਸੀਂ। ਅੰਦਰ ਠੀਕ ਸੀ। ਹਾਂ ਯਾਰ ਠੀਕ ਹੈ, ਫਿਰ ਵੀ ਅੰਦਰ ਕੀ ਹੋਇਆ ਐਕਚੁਅਲ ਵਿੱਚ ਮੈਂ ਤੁਹਾਨੂੰ ਦੱਸਦਾ ਸਾਰੀ ਗੱਲ। ਮੈਂ ਗਿਆ ਨਾ ਜਦੋਂ ਉੱਥੇ, ਪਾਣੀ ਪੀਣੀ, ਮੈਂ ਰੋਟੀ ਖਾਣੀ। ਰੱਖ ਦੋ ਪਾਣੀ। ਮੈਂ ਗਿਆ ਜੀ ਸੁਵਿਧਾ ਸੈਂਟਰ ਤੇ ਸਾਡੇ ਪੌਣੇ ਇੱਕ ਗਿਆ ਮੈਂ ਉੱਥੇ, ਪੌਣੇ ਕੁ ਪਹੁੰਚ ਗਿਆ ਸੀ। ਔਰ ਉੱਥੇ ਗਰਮੀ, ਗੱਡੀ ਧੁੱਪੇ ਖੜੀ ਸੀ ਔਰ ਇੰਨਾ ਜ਼ਿਆਦਾ ਸੇਕ ਵੜ ਗਿਆ ਗੱਡੀ 'ਚ, ਜਾਨ ਨਿਕਲ ਗਈ। ਮੇਰਾ ਕੋਈ ਮਨ ਨਹੀਂ ਕੀਤਾ ਮੈਂ ਉਸ ਟਾਈਮ ਫੋਨ ਟੰਗ ਕੇ ਵੀਡੀਓ ਬਣਾਵਾਂ। ਮੈਂ ਘਰ ਪਹੁੰਚੀ ਫਟਾਫਟ, ਰੋਟੀ ਖਾਣੇ ਔਰ 4 ਵਜੇ ਕਲਾਸ ਵੀ, ਮੈਨੂੰ ਐਸੇ ਘੰਟਾ ਕੁ ਰੈਸਟ ਕਰ ਲਾਂਗੇ। ਸਾਡੇ ਲੇਖਾਂ 'ਚ ਕਿੱਥੇ ਲਿਖਿਆ ਜੀ ਰੈਸਟ ਕਰਨਾ। ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਸੀ ਦੁਪਹਿਰੇ ਕਿ ਆਪਾਂ ਇੰਸ਼ੋਰੈਂਸ ਪੋਲਿਸੀ ਦੇਖ ਰਹੇ ਸੀ, ਹੈਲਥ ਇੰਸ਼ੋਰੈਂਸ। ਹੁਣ ਉਹਦੇ ਵਿੱਚੋਂ ਮੈਂ 2 ਸ਼ੋਰਟ ਲਿਸਟ ਕੀਤੀਆਂ ਹੋਈਆਂ ਨੇ। ਪਹਿਲੀ ਤਾਂ ਮੈਂ ਪੋਲਿਸੀ ਬਾਜ਼ਾਰ ਤੋਂ ਦੇਖੀ, ਜਿਹਦੇ ਵਿੱਚ ਉਹਨਾਂ ਨੇ ਮੈਨੂੰ ਪੋਲਿਸੀ ਬਾਜ਼ਾਰ ਵਾਲਿਆਂ ਨੇ ਫੋਨ ਵੀ ਕਰ ਦਿੱਤਾ ਸੀ ਵੀ ਤੁਸੀਂ ਲੈ ਸਕਦੇ ਹੋ। ਇੱਕ ਤਾਂ ਮੈਕਸ ਬੂਪਾ ਦੀ ਦੱਸੀ ਹੈ ਔਰ ਇੱਕ ਦੱਸੀ ਮੈਨੂੰ ਕੇਅਰ ਵਾਲਿਆਂ ਦੀ। ਜਿਹੜੀ ਮੈਕਸ ਬੂਪਾ ਹੈ ਉਹਦੀ ਹੈਗੀ 13,000 ਸਮਥਿੰਗ ਦੀ ਪੋਲਿਸੀ ਹੈ ਤੇ 1 ਕਰੋੜ ਦਾ ਸਮ ਇੰਸ਼ੋਰੈਂਸ ਕਰ ਵੀ 1 ਕਰੋੜ ਤੱਕ ਦੀ ਜੋ ਵੀ ਕੋਈ ਹਸਪੀਟਲ ਦਾ ਬਿੱਲ ਹੋਏਗਾ ਅਸੀਂ ਪੇ ਕਰਾਂਗੇ। ਪਰ ਇਹ ਕਹਿਣਾ ਹੀ ਸੌਖਾ ਹੈ, 1 ਕਰੋੜ ਬਾਬਾ ਕਦੇ ਕਿਸੇ ਤੇ ਲਵਾਵੇ ਨਾ। ਮਤਲਬ ਜੇ 1 ਕਰੋੜ ਲੱਗ ਰਿਹਾ ਤੁਸੀਂ ਸੋਚੋ ਕਿ ਬਹੁਤ ਵੱਡੀ ਚੀਜ਼ ਹੈ। ਤੇ ਦੂਜੀ ਉਹਨਾਂ ਨੇ ਦੱਸੀ 5 ਲੱਖ ਰੁਪਏ ਦੀ, ਤੇ ਉਹ 5 ਲੱਖ ਵਾਲੀ ਹੈਗੀ ਕੇਅਰ ਦੀ, ਉਹਦਾ 9,500 ਰੁਪਏ ਦਾ, 9,000 9,500 ਰੁਪਏ ਦਾ। ਉਹਦੇ 'ਚ ਵੀ 5 ਲੱਖ ਦਾ। 5 ਲੱਖ ਵੀ ਬਹੁਤ ਹੁੰਦਾ ਜੇ ਆਪਾਂ ਦੇਖਿਆ ਜਾਵੇ, ਕਿਸੇ ਪਰਸਨ ਦੇ ਉੱਪਰ ਲੱਖ 2 ਲੱਖ ਵੀ ਲੱਗ ਰਿਹਾ ਹੁੰਦਾ ਨਾ ਹਸਪੀਟਲ ਦੇ ਵਿੱਚ, ਸਮਝੋ ਉਹਨੂੰ ਵੀ ਬਹੁਤ ਵੱਡੀ ਪ੍ਰੋਬਲਮ ਹੋਈ ਹੈ। ਤੇ ਰੱਬ ਕਰੇ ਕਦੇ ਹੋਵੇ ਨਾ। ਇੰਸ਼ੋਰੈਂਸ ਆਪਾਂ ਫਿਰ ਵੀ ਕਰਾ ਕੇ ਰੱਖੀਏ। ਦੂਸਰੇ ਨੰਬਰ ਦੇ ਉੱਪਰ ਜਿਹੜੀ ਮੇਜਰ ਗੱਲ ਮੈਂ ਤੁਹਾਨੂੰ ਕਹਿਣ ਲੱਗਾ, ਤੀਜੀ ਮੈਂ ਜਿਹੜੀ ਦੇਖੀ ਹੈ ਉਹ ਹੈਗੀ ਹੈ ਨਾਵੀ ਹੈਲਥ ਇੰਸ਼ੋਰੈਂਸ। ਨਾਵੀ ਮੈਨੂੰ ਕਿਸੇ ਨੇ YouTube ਦੇ ਉੱਪਰ ਰਿਕਮੈਂਡ ਮੈਂ ਦੇਖੀ ਸੀ, ਰਿਕਮੈਂਡੇਸ਼ਨ ਵਿੱਚ ਆ ਰਹੀ ਸੀ, ਉਹਦੇ ਮੈਂ ਰਿਵਿਊਜ਼ ਦੇਖੇ, ਮੈਨੂੰ ਬਹੁਤ ਵਧੀਆ ਲੱਗਿਆ। ਉਹਦਾ ਸਭ ਤੋਂ ਵੱਡਾ ਮੈਨੂੰ ਫਾਇਦਾ ਇਹ ਲੱਗਿਆ ਨਾਵੀ ਹੈਲਥ ਕੇਅਰ ਦਾ ਕਿ ਉਸ ਦੀ ਮੰਥਲੀ ਇੰਸਟਾਲਮੈਂਟ ਹੈ। ਜਿਵੇਂ ਮੈਕਸ ਬੂਪਾ ਜਾਂ ਉਹਨਾਂ ਦੀ ਆਪਾਂ ਨੂੰ ਇਕੱਠੇ ਪੈਸੇ ਦੇਣੇ ਪੈਂਦੇ ਨਾ 13,000 ਰੁਪਇਆ, ਇਹਦੇ 'ਚ ਉਹ ਰੌਲਾ ਨਹੀਂਗਾ। ਦੂਜਾ ਨਾਵੀ ਦੇ ਵਿੱਚ ਜਿਹੜੀ ਹੈਲਥ ਇੰਸ਼ੋਰੈਂਸ ਆਪਾਂ ਲੈਂਦੇ ਆ ਨਾ, ਉਹਨਾਂ ਦੇ ਵਿੱਚ ਨਾ ਇੱਕ ਲੋਕ ਪੀਰੀਅਡ ਹੁੰਦਾ ਹੈ, ਮਤਲਬ ਇੱਕ ਬੈਰੀਅਰ ਲੱਗਾ ਹੁੰਦਾ ਹੈ। ਉਹ ਕੀ ਹੁੰਦਾ ਹੈ, ਇੱਕ ਐਗਜ਼ਿਸਟਿੰਗ ਬਿਮਾਰੀ ਹੈ ਕਿਸੇ ਨੂੰ, ਮੰਨ ਲਓ ਕਿਸੇ ਵੀ ABC ਪਰਸਨ ਹੈ,
ਉਹਨੂੰ ਕੋਈ ਹਾਰਟ ਦੀ ਛੋਟੀ ਮੋਟੀ ਪ੍ਰੋਬਲਮ ਹੈ ਜਾਂ ਕੋਈ ਲੀਵਰ ਦੀ ਪ੍ਰੋਬਲਮ ਹੈ ਜਾਂ ਕੋਈ ਹੋਰ ਮੇਜਰ ਪ੍ਰੋਬਲਮ ਹੈਗੀ ਹੈ ਪਰ ਹੈਗੀ ਹੈ ਤੇ ਇਸ ਟਾਈਮ ਉਹ ਇੰਸ਼ੋਰੈਂਸ ਲੈ ਰਿਹਾ ਹੈ। ਅੱਜ ਜੇ ਇੰਸ਼ੋਰੈਂਸ ਲਏਗਾ ਉਹ ਬੰਦਾ ਤਾਂ ਉਹਦੀ ਉਹ 3 ਸਾਲ ਤੱਕ ਉਹ ਵਾਲੀ ਬਿਮਾਰੀ ਦੇ ਉੱਪਰ ਉਹਨੂੰ ਕੋਈ ਕਲੇਮ ਨਹੀਂ ਮਿਲੇਗਾ ਐਗਜ਼ਿਸਟਿੰਗ ਇਲਨੈਸ ਦੇ ਉੱਪਰ। ਇਹ ਰੂਲ ਹੁੰਦਾ ਵੀ, ਨਹੀਂ ਤਾਂ ਉਹ ਕਹਿੰਦੇ ਆ ਵੀ ਤੁਸੀਂ ਇੰਸ਼ੋਰੈਂਸ ਲਿੱਤੀ ਤਾਂ ਹੈ ਵੀ ਤੁਸੀਂ ਆਪਣਾ ਉਹ ਇਲਾਜ ਕਰਾਉਣਾ ਚਾਹੁੰਦੇ ਹੋ ਵੀ ਅਸੀਂ 3 ਸਾਲ ਤੱਕ ਤੁਹਾਡੀ ਉਸ ਬਿਮਾਰੀ ਦਾ ਕੋਈ ਇਲਾਜ ਨਹੀਂ ਕਰ ਸਕਦੇ, 3 ਸਾਲ ਤੋਂ ਬਾਅਦ ਤੁਹਾਨੂੰ ਕਲੇਮ ਦਾਂਗੇ। ਲੇਕਿਨ ਜਿਹੜੀ ਨਾਵੀ ਹੈਲਥ ਇੰਸ਼ੋਰੈਂਸ ਹੈ ਉਹ ਕਹਿੰਦੀ ਹੈ ਤੁਹਾਡੀ ਐਗਜ਼ਿਸਟਿੰਗ ਇਲਨੈਸ ਨੂੰ ਅਸੀਂ 1 ਸਾਲ ਬਾਅਦ ਹੀ ਕਵਰ ਕਰ ਸਕਦੇ ਹਾਂ। ਮਤਲਬ 1 ਸਾਲ ਤੱਕ ਉਹਦਾ ਕੋਈ ਕਲੇਮ ਨਹੀਂ ਦਾਂਗੇ, ਲੇਕਿਨ 1 ਸਾਲ ਤੋਂ ਬਾਅਦ ਅਸੀਂ ਉਹਨੂੰ ਕਵਰ ਕਰ ਦਾਂਗੇ, ਉਹਦਾ ਕਲੇਮ ਦੇ ਦਾਂਗੇ। ਸੋ ਨਾਵੀ ਮੈਨੂੰ ਇਸ ਲਈ ਵੀ ਵਧੀਆ ਲੱਗੀ। ਚਲੋ ਟੱਚਵੁੱਡ ਸਾਨੂੰ ਕੁਝ ਐਸੀ ਗੱਲ ਨਹੀਂ ਗੀ, ਲੇਕਿਨ ਉਹਨਾਂ ਦੇ ਮੈਨੂੰ ਜਿਹੜੇ ਫਾਇਦੇ ਅੱਛੇ ਲੱਗੇ। ਉਹਨਾਂ ਦੇ ਨਾਵੀ ਦੇ ਜਿਹੜੇ ਹੈੱਡ ਆਫ ਉਹ ਨੇ ਡਾਕਟਰਸ ਨੇ, ਉਹਨਾਂ ਨੇ ਵੀ ਇਹ ਗੱਲਾਂ ਮੈਨੂੰ ਕਲੀਅਰ ਕੀਤੀਆਂ ਔਨਲਾਈਨ। ਤੇ ਇੱਕ ਤਾਂ ਇਹ ਮੈਨੂੰ ਫਾਇਦਾ ਲੱਗਿਆ। ਦੂਸਰਾ ਫਾਇਦਾ ਇਹ ਹੈ ਕਿ ਉਹ 5 ਲੱਖ ਦੀ ਇੰਸ਼ੋਰੈਂਸ ਹੈ ਅਤੇ ਉਹਦਾ 550 ਰੁਪਈਆ, ਪਤਾ ਨਹੀਂ 580 ਰੁਪਏ ਉਹਦੀ ਉਹ ਹੈ ਮੰਥਲੀ EMI ਇੰਸਟਾਲਮੈਂਟ ਟਾਈਪ। ਇਹ ਵੀ ਬੈਸਟ ਹੈ। 500-600 ਤਾਂ ਤੁਹਾਨੂੰ ਪਤਾ ਲੱਗਦਾ। ਹੁਣ ਮੇਰਾ ਗੱਡੀ ਧੋਣ ਵਾਲਾ ਆਉਂਦਾ ਮੁੰਡਾ, 500 ਰੁਪਏ ਤਾਂ ਉਹੀ ਲੈ ਜਾਂਦਾ ਹੈ ਨਾ। ਜਾਂ ਮੇਰੀ ਮੇਨਟੇਨੈਂਸ ਜਾਂਦੀ ਹੈ ਇੱਥੋਂ ਮਹੀਨੇ ਦੀ ਸੁਸਾਇਟੀ ਦੀ 1860 ਰੁਪਏ ਕੋਈ ਚਲੀ ਜਾਂਦੀ ਆ। ਹੁਣ ਜੇ ਉਹਦੇ 'ਚ ਸਾਡੇ ਛੋਟੇ ਮੋਟੇ ਖਰਚਿਆਂ 'ਚ 550 ਰੁਪਏ ਐਡ ਵੀ ਹੋ ਜਾਂਦਾ ਹੈ ਤਾਂ ਵੀ ਆਰ ਇੰਸ਼ੋਰਡ, ਆਪਾਂ ਇੰਸ਼ੋਰਡ ਆ। ਹਾਂਜੀ, ਕੀ ਪਲਾਨ ਹੁਣ? ਪਲਾਨ ਹਜੇ ਤਾਂ ਕੁਛ ਨਹੀਂ, ਬਸ ਫੁਲਕਾ ਖਾਣਾ, ਫਿਰ ਦਵਾਈ ਖਾਣੀ, ਫਿਰ ਥੱਲੇ ਵਾਕ ਕਰਨ ਜਾਣਾ। ਦਵਾਈ ਖਾ ਕੇ ਵਾਕ ਕਰਨ, ਹਾਂ ਵਾਕ ਕਰਨ ਜਾਂਦੇ ਯਾਰ, ਮੇਰਾ ਵੀ ਮਨ ਕਰ ਰਿਹਾ ਵਾਕ ਕਰਨ ਨੂੰ। ਦਵਾਈ ਤੋਂ ਯਾਦ ਆਇਆ, ਤੁਹਾਨੂੰ ਮੈਂ ਇੱਕ ਨਵੀਂ ਗੱਲ ਦੱਸਦਾ। ਕਿਰਨ ਨੂੰ ਜਿਹੜਾ ਟਾਈਫਾਈਡ ਹੋਇਆ ਸੀ ਉਹਦੇ ਵਿੱਚ ਕੀ ਹੋਇਆ, ਠੀਕ ਤਾਂ ਹੋ ਗਿਆ ਸੀ, ਕਿਉਂਕਿ ਥੋੜ੍ਹੇ ਦਿਨਾਂ ਬਾਅਦ ਨਾ ਇਹਨਾਂ ਨੂੰ ਫਿਰ ਐਵੇਂ ਫੀਲ ਹੋਣ ਲੱਗ ਗਿਆ ਬੋਡੀ 'ਚੋਂ ਸੇਕ ਨਿਕਲ ਰਿਹਾ, ਫੀਵਰਿਸ਼ ਟਾਈਪ ਫੀਲਿੰਗ ਆ ਰਹੀ ਹੈ। 1 ਹਫ਼ਤਾ ਠੀਕ ਰਿਹਾ। 1 ਹਫ਼ਤਾ ਠੀਕ ਰਿਹਾ ਨਾ। ਤੇ ਆਪਾਂ ਨਾ ਜਾ ਕੇ ਨਾ ਵੈਸੇ ਚੈੱਕਅਪ ਕਰਾ ਲਿਆ। ਚਲੋ ਮੈਂ ਕਿਹਾ ਜਨਰਲ ਚੈੱਕਅਪ ਕਰਾਣਾ, CBC ਜੇ ਲਟਰਮ ਪਟਰਮ ਜਿਹੜਾ ਪੈਕੇਜ ਹੁੰਦਾ ਆਪਾਂ ਲੈ ਲਿਆ। ਉਹਦੇ ਵਿੱਚੋਂ ਨਾ ਟਾਈਫਾਈਡ ਫਿਰ ਦੁਬਾਰਾ ਨਿਕਲ ਆਇਆ। ਸਾਨੂੰ ਕਿਸੇ ਡਾਕਟਰ ਨੇ ਕਿਹਾ ਸੀ ਜਦ ਕਿ ਜਦੋਂ ਟਾਈਫਾਈਡ ਠੀਕ ਹੁੰਦਾ ਨਾ 3 ਮਹੀਨੇ ਤੱਕ ਉਹ ਸ਼ੋਅ ਕਰਦਾ ਰਹਿੰਦਾ, ਲੇਕਿਨ ਉਹ ਕੁਝ ਹੋਰ ਹੁੰਦਾ ਟਾਈਫਾਈਡ ਦੇ ਵਿੱਚ। ਫਿਰ ਜਿਹੜੇ ਕਿਰਨ ਮੈਮ ਹੈਗੇ ਤੁਹਾਨੂੰ ਦਿਖਾਏ ਸੀ ਹੁਸ਼ਿਆਰਪੁਰ ਵਾਲੇ, ਉਹਨਾਂ ਨਾਲ ਗੱਲ ਕੀਤੀ ਕਿਰਨ ਨੇ। ਉਹ ਕਹਿੰਦੇ ਵੀ ਇਹ ਟਾਈਫਾਈਡ ਹੀ ਹੈ, ਇਹ ਉਹ ਵਾਲਾ ਨਹੀਂ ਹੈ ਜਿਹੜਾ ਸ਼ੋਅ ਕਰਦਾ ਰਹਿੰਦਾ, ਉਹ ਕੁਝ ਹੋਰ ਹੁੰਦਾ, ਇਹ ਵਾਕਈ ਟਾਈਫਾਈਡ ਹੈ। OH ਦਾ ਸੀਨ ਪਤਾ ਨਹੀਂ, ਮੈਡਮ ਨੇ ਕੁਛ ਇਦਾਂ ਦੇ ਕਿਹਾ ਸੀ ਵੀ ਜਿਹੜਾ H ਆ ਉਹ ਤਾਂ ਜਦੋਂ ਤੁਸੀਂ ਮੈਡੀਸਨ ਖਾਂਦੇ ਹੋ ਫਿਰ ਸ਼ੋਅ ਹੋਣਾ ਬੰਦ ਹੋ ਜਾਂਦਾ ਵਾ, ਨੈਗੇਟਿਵ ਦੇਖਦਾ ਵਾ। ਬਟ ਇਹ ਕਿ ਜਿਹੜਾ ਇਹ ਵਾਲਾ ਟਾਈਫਾਈਡ ਆ ਇਹ ਦੁਬਾਰਾ ਪੋਜ਼ਿਟਿਵ ਆਇਆ, ਮਤਲਬ ਹਜੇ ਹੈਗਾ ਵਾ। ਤੇ ਫਿਰ ਤੁਹਾਨੂੰ ਯਾਦ ਹੋਣਾ ਕਿ ਜਦੋਂ ਆਪਾਂ ਦੁਬਈ ਜਾ ਰਹੇ ਸੀ, ਦੁਬਈ ਜਾਣ ਵਾਲੇ ਦਿਨ ਜਿਸ ਦਿਨ ਸਾਡੀ ਫਲਾਈਟ ਸੀ, ਨਹੀਂ ਫਲਾਈਟ ਤੋਂ 1 ਦਿਨ ਪਹਿਲਾਂ ਜਦੋਂ ਆਪਾਂ ਕਿਰਨ ਦੇ ਪੇਕੇ ਗਏ ਸੀ, ਉਸ ਦਿਨ ਆਪਾਂ ਰਾਜਪੁਰੇ ਗਏ ਸੀ ਡਾਕਟਰ ਸ਼ਾਮ ਕੋਲ। ਉਹ ਵਧੀਆ ਸਿਆਣਾ ਡਾਕਟਰ ਲੱਗਿਆ। ਗਏ ਤਾਂ ਵੈਸੇ ਜਿਨ੍ਹਾਂ ਕੋਲ ਅਸੀਂ ਇੱਥੋਂ ਟਾਈਫਾਈਡ ਚੈੱਕ ਕਰਾਇਆ, ਸਿਆਣਾ ਤਾਂ ਇਹ ਵੀ ਹੈ। ਇਹਦੇ ਕੋਲ ਅਸੀਂ ਜਾ ਕੇ ਆਇਆ, ਇਹ ਕਹਿੰਦਾ ਕੁਛ ਨਹੀਂ ਹੁੰਦਾ, ਕੁਛ ਨਹੀਂ ਹੁੰਦਾ। ਸਾਨੂੰ ਇੱਦਾਂ ਲੱਗਿਆ ਵੀ ਨਹੀਂ ਯਾਰ, ਵੀ ਕਿਰਨ ਠੀਕ ਹੋਣੀ ਚਾਹੀਦੀ ਹੈ ਨਾ, ਕਿਉਂਕਿ ਸੇਕ ਨਿਕਲ ਰਿਹਾ ਬੋਡੀ 'ਚੋਂ ਜਾਂ ਪੈਰਾਂ 'ਚੋਂ ਜਾਂ ਥੋੜ੍ਹੀ ਫੀਵਰਿਸ਼ ਫੀਲਿੰਗ ਆ ਰਹੀ ਹੈ, ਠੀਕ ਹੋਣੀ ਚਾਹੀਦੀ ਹੈ ਪ੍ਰੋਪਰਲੀ। ਆਪਾਂ ਡਾਕਟਰ ਦੇ ਕੱਲ੍ਹ ਗਏ ਸੀ, ਡਾਕਟਰ ਸ਼ਾਮ ਕੋਲ। ਉਹਨੇ ਫਿਰ 5 ਦਿਨ ਦੀਆਂ ਦਵਾਈਆਂ ਦਿੱਤੀਆਂ, ਕਹਿੰਦਾ ਵੈਸੇ ਠੀਕ ਹੋ ਜਾਓਗੇ, ਕੋਈ ਪ੍ਰੋਬਲਮ ਵਾਲੀ ਗੱਲ ਨਹੀਂ, 5 ਦਿਨ ਦਵਾਈ ਖਾਓ, ਉਸ ਤੋਂ ਬਾਅਦ ਦੁਬਾਰਾ ਚੈੱਕ ਕਰਾਉਣ ਆਇਓ ਵੀ ਹੋ ਜਾਊਗਾ। ਤੇ ਫਿਰ ਆਪਾਂ ਕੱਲ੍ਹ ਦਵਾਈ ਲਿਆਂਦੀ ਸੀ। ਤੇ ਇਹ ਕਹਿਣ ਦਾ ਮਤਲਬ ਤੁਹਾਨੂੰ ਦੱਸ ਰਿਹਾ ਵੀ ਹਾਲੇ ਟਾਈਫਾਈਡ ਕਿਰਨ ਦਾ ਠੀਕ ਨਹੀਂ ਹੋਇਆ। ਤੇ ਇਹ ਵੀ ਸ਼ੁਕਰ ਹੈ ਕਿਰਨ ਨੇ ਮੇਰੇ ਤਰਲੇ ਮਿੰਨਤਾਂ ਸੁਣ ਕੇ, ਮੇਰੀਆਂ ਬੇਨਤੀਆਂ ਕਬੂਲ ਕਰਕੇ ਇਹਨਾਂ ਨੇ ਮੇਡ ਲਗਾ ਲਈ ਸੀ। ਤੇ ਉਹ ਜਿਹੜੀ ਮੇਡ ਦੀਦੀ ਆਉਂਦੇ ਨੇ ਉਹ ਕੰਮ ਕਰਕੇ ਜਾਂਦੇ ਨੇ ਤੇ ਕਿਰਨ ਰਿਵਿਊ ਦੇਣਗੇ ਉਹਨਾਂ ਦਾ। ਨਹੀਂ ਵਧੀਆ, ਵੇਖੋ ਕਿੰਨੀ ਸ਼ਾਈਨ ਆ। ਇਹ ਸੱਚੀ ਕਹਿ ਰਹੇ ਹੋ? ਹੁਣ ਤਾਂ ਚਲੋ ਮਜਬੂਰੀ ਲਈ ਲਾਉਣੀ ਹੀ ਪੈਣੀ ਸੀ, ਹੋਰ ਕੀ ਕਰ ਸਕਦੇ, ਕੋਈ ਆਪਸ਼ਨ ਤੇ ਹੈ ਹੀ ਨਹੀਂ। ਕਿਉਂਕਿ ਪਹਿਲਾਂ ਇਦਾਂ ਹੀ ਕਿ ਮਤਲਬ ਮੈਨੂੰ ਇਦਾਂ ਲੱਗਦਾ ਸੀ ਮੈਂ ਠੀਕ ਆ, ਮੈਂ ਹਫਤੇ ਬਾਅਦ ਲਾਉਣ ਲੱਗ ਜਾਂਦੀ ਹਾਂ ਆਪ ਹੀ ਪੋਚਾ। ਤੇ ਜਦੋਂ ਫਿਰ ਆਪ ਪੋਚਾ ਲਾਉਣ ਲੱਗ ਜਾਂਦੀ ਤੇ ਫਿਰ ਸ਼ਾਮ ਨੂੰ ਫਿਰ ਠੀਕ ਨਹੀਂ ਫੀਲ ਕਰ ਪਾਉਂਦੀ ਉਸ ਚੀਜ਼ ਦੇ ਵਿੱਚ। ਤੇ ਫਿਰ ਮੈਂ ਲਾ ਹੀ ਲਈ। ਹੁਣ ਮੈਂ ਲਾਈ ਆ, ਪਰਮ ਦਾ ਬਰਥਡੇ ਸੀ ਨਾ, ਪਰਮ ਦਾ ਬਰਥਡੇ 21 ਤਰੀਕ ਉਸ ਦਿਨ ਦੀ ਲੱਗੀ ਹੋਈ ਆ। ਹੋ ਗਏ ਨੇ 15-16 ਦਿਨ। ਹਾਂ, ਪਹਿਲਾਂ ਮੇਡ ਲਾਉਂਦੀ ਹੁੰਦੀ ਸੀ ਮੈਂ ਰੋਜ਼ ਜਦੋਂ ਉਹਨੇ ਝਾੜੂ ਪੋਚਾ ਲਾ ਕੇ ਜਾਣਾ, ਵੇਖਣਾ ਉਸ ਤੋਂ ਬਾਅਦ ਚੰਗੀ ਤਰ੍ਹਾਂ ਵੀ ਉਹਨੇ ਕਿਹੜਾ ਕੋਨਾ ਤਾਂ ਨਹੀਂ ਛੱਡਿਆ ਜਾਂ ਕੋਈ ਇੱਦਾਂ। ਹੁਣ ਇਹ ਜਦੋਂ ਲਾ ਕੇ ਜਾਂਦੀ ਮੈਂ ਧਿਆਨ ਨਹੀਂ ਦਿੰਦੀ, ਥੋੜਾ ਇਗਨੋਰ ਕਰਦੀ ਹਾਂ, ਕਿਉਂਕਿ ਮੈਨੂੰ ਪਤਾ ਵੀ ਮੇਰੇ ਕੋਲ ਨਹੀਂ ਹੋ ਪਾ ਰਿਹਾ ਹੈਗਾ ਝਾੜੂ ਪੋਚਾ ਨਾ। ਰੋਟੀ ਪਾਣੀ ਦਾ ਚਲੋ ਆਪਾਂ ਆਪਣਾ ਕਰ ਲੈਂਦੇ ਹਾਂ। ਤੇ ਬਸ ਇਹੋ ਹੀ ਆ। ਹੁਣ ਪਹਿਲੀ ਵਾਰੀ ਕੋਈ ਟਿਕੀ ਆ, ਉਹਦਾ ਨਾਮ ਵੀ ਕਿਰਨ ਆ। ਉਹਦਾ ਨਾਮ ਕਿਰਨ ਦੇ ਉਹਦੇ ਨਾਲ ਸਿਤਾਰੇ ਮਿਲ ਗਏ ਨੇ, ਕਿਉਂਕਿ ਸਾਡੀ ਜਿਹੜੀ ਮੇਡ ਆਉਂਦੀ ਹੈ ਉਹਦਾ ਨਾਮ ਵੀ ਕਿਰਨ ਹੈ। ਮੈਂ ਕਈ ਵਾਰ ਕਿਰਨ ਨੂੰ ਆਵਾਜ਼ ਮਾਰੀ, ਮੈਂ ਕਿਰਨ ਮੈਨੂੰ ਉਹ
ਕਹਿੰਦੀ ਹਾਂਜੀ। ਮੈਂ ਕਿਹਾ ਨਹੀਂ ਦੀਦੀ ਮੈਂ ਤੁਹਾਨੂੰ ਆਵਾਜ਼ ਨਹੀਂ ਮਾਰੀ। ਤੇ ਪਹਿਲੀ ਵਾਰ ਹੋਇਆ ਕਿਰਨ ਨੇ ਮੇਡ ਨੂੰ ਟਿਕਾ ਕੇ ਰੱਖਿਆ ਹੈ, ਪਤਾ ਨਹੀਂ ਕਿਵੇਂ ਦਿਲ ਤੇ ਪੱਥਰ ਰੱਖ ਕੇ, ਪਰ ਇਹਨੂੰ ਲੱਗਦਾ ਹੋਣਾ ਨਾ ਕਿਰਨ ਨੂੰ ਕਿ ਵੀ ਮੈਂ ਥੋੜੀ ਬਿਮਾਰ ਹਾਂ ਤੇ ਤਾਂ ਕਰਕੇ। ਪਰ ਨਹੀਂ ਯਾਰ, ਸਫਾਈ ਤਾਂ ਘਰ ਦੀ ਹੋ ਜੂਗੀ ਹੈ ਨਾ, ਆਪਾਂ ਕਰ ਲਾਂਗੇ, ਪਰ ਜਿਹੜੀ ਬੋਡੀ ਦੀ ਸਫਾਈ ਉਹ ਥੋੜੀ ਨਾ ਹੋ ਸਕਦੀ ਹੈ ਯਾਰ। ਜੇ ਬਿਮਾਰ ਹੀ ਹੋ ਗਏ ਤੁਸੀਂ, ਇਹਨਾਂ ਨੂੰ ਇੱਕ ਫੋਬੀਆ ਹੈ। ਮੈਨੂੰ ਕਹਿਣ 'ਚ ਔਨ ਏਅਰ ਕਹਿਣ 'ਚ ਕੋਈ ਉਹ ਨਹੀਂਗਾ। ਇਹ ਮੇਰੀ ਜਿਹੜੀ ਧਰਮ ਪਤਨੀ ਹੈ ਇਹਨੂੰ ਸਫਾਈ ਦਾ ਫੋਬੀਆ ਹੈ। ਤਾਂ ਇਹ ਚਾਹੁੰਦੇ ਨੇ ਕਿ ਮੇਰੇ ਘਰ ਨੂੰ ਐ ਨੀਟ ਕਲੀਨ ਚਕਾਚਕ ਹੋ ਕੇ ਰਵੇ। ਜਿਵੇਂ ਕੋਈ ਆ ਕੇ ਮੈਡਮ ਆ ਕੇ ਝਾੜੂ ਲਾਉਂਦੇ ਨੇ ਨਾ, ਉਹ ਦੀਦੀ ਆ ਕੇ ਝਾੜੂ ਪੋਚਾ ਲਾਉਂਦੇ ਨੇ, ਇਹ ਥੋੜ੍ਹਾ ਜਿਹਾ ਐਵੇਂ ਦੇਖਦੇ ਨੇ ਇੱਧਰ ਉੱਧਰ ਵੀ ਚੰਗੀ ਤਰ੍ਹਾਂ ਸਫਾਈ ਨਹੀਂ ਕੀਤੀ। ਫਿਰ ਮੈਂ ਇਹਨਾਂ ਨੂੰ ਕਹਿੰਦਾ ਇਗਨੋਰ। ਇਹ ਹੁਣ ਭਾਵੇਂ ਕਿਰਨ ਜੋ ਮਰਜ਼ੀ ਕਹਿ ਰਿਹਾ, ਮੈਨੂੰ ਲੜਨਾ ਨਾ ਪੈ ਜੇ, ਮੈਂ ਨਹੀਂ ਹਟਣ ਦਿੰਦਾ, ਕਿਉਂਕਿ ਇਹਨਾਂ ਦੀ ਹੈਲਥ ਜ਼ਰੂਰੀ ਹੈ। ਕੋਈ ਪਹਿਲੀ ਗੱਲ ਸਾਡੇ ਕੋਲ ਟਾਈਮ ਵੀ ਹੈ ਨਹੀਂ ਵਲੋਗਿੰਗ ਵਾਸਤੇ, ਵਲੋਗਿੰਗ ਕਰਨੀ ਹੁੰਦੀ ਹੈ। ਬਿਜ਼ੀ ਰਹਿੰਦੇ ਹਾਂ ਥੋੜਾ ਜਿਹਾ ਆਪਾਂ ਨਾ। ਹਾਂ ਹੁਣ ਬਿਜ਼ੀ ਤਾਂ ਹੋਣਾ ਹੀ ਹੈ, ਫਿਰ ਵਲੋਗਿੰਗ ਕਰਨੀ ਹੈ, ਸਾਰਾ ਕੁਝ ਕਰਨਾ ਹੁੰਦਾ। ਚਲੋ ਫਿਰ ਤੁਸੀਂ ਰੋਟੀ ਖਾ ਲਓ ਪਹਿਲਾਂ, ਫਿਰ ਪਹਿਲਾਂ ਮੈਡੀਸਿਨ ਖਾਣੀ। ਪਹਿਲਾਂ ਮੈਡੀਸਿਨ ਖਾਓ, ਫਿਰ ਰੋਟੀ ਖਾਓ, ਫਿਰ ਆਪਾਂ ਚੱਲੀਏ। ਮੈਂ ਕਿਰਨ ਮੈਨੂੰ ਇਕੱਲੇ ਛੱਡ ਕੇ ਚਲੀ ਗਈ। ਨਹੀਂ ਵਲੌਗ ਨਹੀਂ ਹੋਣਾ ਮੈਂ। ਅੱਛਾ ਜੀ, ਲੈਟਸ ਗੋ ਫॉर ਅ ਵਾਕ। ਚਲੋ ਆਪਾਂ ਸੈਰ ਕਰਨ ਚੱਲੀਏ। ਇਹ ਸਾਡੀ ਸੜਕ ਹੈ ਜੀ, ਜਿੱਥੇ ਆਪਾਂ ਵਾਕ ਕਰਦੇ ਹਾਂ ਸੁਸਾਇਟੀ ਦੇ ਆਲੇ ਦੁਆਲੇ। ਇਹਦੇ ਨੀਚੇ ਗੱਡੀਆਂ ਖੜ੍ਹਦੀਆਂ ਨੇ ਸ਼ੈੱਡ ਥੱਲੇ। ਇਹਦੇ ਥੱਲੇ ਸਿਰਫ ਗੱਡੀਆਂ ਵਾਸਤੇ ਪਾਰਕਿੰਗ ਦਿੱਤੀ ਹੋਈ ਹੈ। ਉੱਪਰੋਂ ਸਟਾਰਟ ਹੁੰਦੇ ਨੇ ਫਲੈਟ। ਮੈਂ ਹਨੇਰਾ ਕਰੀ ਪਿਆ ਵੀਡੀਓ ਦੇ ਵਿੱਚ, ਫਲੈਸ਼ ਨਹੀਂ ਜਗਾਈ, ਤੁਹਾਨੂੰ ਦੱਸਿਆ ਹੈ। ਕਿਸੇ ਕਦੇ ਸੁਸਾਇਟੀ ਦੇ ਵਿੱਚ ਬਾਹਰ ਨਿਕਲ ਕੇ ਕਦੇ ਵੀਡੀਓ ਨਹੀਂ ਬਣਾਈ, ਸ਼ਰਮ ਜਿਹੀ ਆਉਂਦੀ ਥੋੜ੍ਹੀ ਜਿਹੀ। ਮੈਂ ਕਿਹਾ ਸੁਸਾਇਟੀ ਵਿੱਚ ਰਹਿਣਾ ਅੱਛਾ ਲੱਗਦਾ, ਕਿਉਂਕਿ ਫੈਸਿਲਿਟੀਜ਼ ਵੀ ਨੇ, ਸਿਕਿਉਰਿਟੀ ਵਾਈਜ਼ ਵੀ ਬਹੁਤ ਵਧੀਆ। ਵੈਸੇ ਵੀ ਜਿੱਦਾਂ ਦਾ ਹੁਣ ਆਉਣ ਵਾਲਾ ਸਮਾਂ ਵਾ, ਜੋ ਕੁਝ ਹੋ ਰਿਹਾ ਵਾ ਆਪਣੇ ਹੈ ਨਾ, ਸਿਕਿਉਰਿਟੀ ਬਹੁਤ ਬੈਸਟ ਹੈ ਇੱਥੋਂ ਦੀ। ਬਹੁਤ ਬੈਸਟ ਹੈ। ਆਪਾਂ ਆਪਣੇ ਮਤਲਬ ਸੁਸਾਇਟੀ ਵਿੱਚ ਰਹਿ ਕੇ ਆਪਾਂ ਆਪਣੇ ਘਰ ਨੂੰ ਮਹੀਨਾ ਛੱਡ ਕੇ ਵੀ ਚਲ ਜਾਂਗੇ ਨਾ ਕਿਤੇ, ਤੇ ਸਾਨੂੰ ਡਰ ਨਹੀਂ ਹੁੰਦਾ। ਆਪਣੇ ਪਿੰਡਾਂ ਵਾਲਿਆਂ ਨੂੰ ਹਰ ਇੱਕ ਨੂੰ ਉਹ ਇੱਕ ਦਿਨ ਵੀ ਨਹੀਂ ਘਰ ਛੱਡ ਕੇ ਜਾਂਦੇ ਵੀ ਮਤਲਬ ਡਰ ਹੁੰਦਾ। ਪਿੱਛੇ ਕਿਸੇ ਨਾ ਕਿਸੇ ਨੂੰ ਰਹਿਣਾ ਪੈਂਦਾ। ਹਾਂ, ਕਿਉਂਕਿ ਬਹੁਤ ਆਪਣੇ ਘਰ ਦੇ ਵੀ ਲਾ ਲਓ, ਆਪਣੇ ਗੱਲ ਆ, ਆਪਣੇ ਘਰ ਦੇ ਵੀ ਮੈਂ ਕਹਿ ਰਹੀ ਹਾਂ, ਇੱਕ ਨਾ ਇੱਕ ਬੰਦੇ ਨੂੰ ਤਾਂ ਰਹਿਣਾ ਹੀ ਪੈਂਦਾ ਵੀ ਘਰ। ਤੇ ਇਦਾਂ ਦਾ ਮਾਹੌਲ ਅੱਜ ਕੱਲ੍ਹ, ਪਰ ਸੁਸਾਇਟੀ ਦਾ ਮਾਹੌਲ ਬਹੁਤ ਅੱਛਾ ਹੈ। ਆ ਸਾਡਾ ਬੈਕ ਗੇਟ ਸੁਸਾਇਟੀ ਦਾ, ਇਹ ਬੰਦ ਰਹਿੰਦਾ ਵੈਸੇ ਜ਼ਿਆਦਾਤਰ। ਇਹ ਐਮਰਜੈਂਸੀ ਹੈ। ਫਰੰਟ ਸੜਕ ਦੇ ਉੱਤੇ ਮਤਲਬ ਕੁਝ ਟ੍ਰੈਫਿਕ ਜਾਮ ਹੋਵੇ ਜਾਂ ਕੋਈ ਕੰਸਟਰਕਸ਼ਨ ਚੱਲ ਰਿਹਾ ਹੋਵੇ ਫਰੰਟ ਤੇ, ਸਿਰਫ ਬੈਕ ਵਾਲਾ ਯੂਜ਼ ਕਰਦੇ ਹਾਂ ਆਪਾਂ। ਇੱਧਰ 2 BHK ਫਲੈਟ ਨੇ। ਪਹਿਲਾਂ ਉਹ ਉੱਪਰ ਟੌਪ ਤੇ ਰਹਿੰਦੇ ਹੁੰਦੇ ਸੀ ਆਪਾਂ, ਉਹ ਟੌਪ ਤੇ ਉੱਪਰ ਜਿਵੇਂ। ਇਹ ਸਾਡੀ ਕਾਰ ਵਾਸਤੇ ਆ ਛੋਟਾ ਜਿਹਾ ਸ਼ੈੱਡ ਮਿਲਿਆ ਸੀ, ਨਹੀਂ ਦਿਖ ਰਿਹਾ ਤੇ ਹਨੇਰੇ 'ਚ ਨਹੀਂ ਦਿਖ ਰਿਹਾ। ਇੱਧਰ 2 BHK ਫਲੈਟ ਨੇ, ਇਹ ਵੀ ਵਧੀਆ ਨੇ, ਛੋਟੇ ਨੇ ਥੋੜੇ ਜਿਹੇ, ਪਰ ਫਿਰ ਵੀ ਖੁੱਲੇ ਨੇ ਕਾਫੀ, ਬਹੁਤ ਸਪੇਸ਼ੀਅਸ ਨੇ। ਲਿਵਿੰਗ ਏਰੀਆ ਬਹੁਤ ਖੁੱਲਾ। ਬਹੁਤ ਖੁੱਲਾ ਲਿਵਿੰਗ ਏਰੀਆ ਇੱਧਰ ਦਾ 2 BHK ਫਲੈਟਾਂ ਦਾ। ਜੋ ਮੇਰੇ ਨਾਲ ਹਰ ਵਾਰੀ ਹੁੰਦਾ। ਖੁੱਲੀ ਸਾਹਮਣੇ ਜਮਾਟੋ ਵਾਲਾ। ਮੈਂ ਮਤਲਬ ਇਹ ਨਹੀਂ ਕਿ ਮੈਂ ਇਦਾਂ ਕੀਤਾ, ਹਾਂ ਪਰ ਫੇਸ ਤੋਂ ਡਰ ਗਈ ਸੀ ਮੈਂ। ਤੋ ਜੀ ਆ ਕੇ ਆਪਾਂ ਵਾਕ ਕਰਕੇ ਬਹੁਤ ਮਜ਼ਾ ਆਇਆ। ਕੁਛ ਦੇਰ ਪਾਰਕ 'ਚ ਵੀ ਬੈਠੇ ਕਾਫੀ ਦਿਨਾਂ ਬਾਅਦ, ਤੇ ਬੜਾ ਮਜ਼ਾ ਆਇਆ। ਕਿਰਨ ਦੇ ਵਿੱਚ ਨਾ ਜਿਵੇਂ ਮਤਲਬ ਦੇਖ ਕੇ ਨਾ ਲਿਫਟ ਖੁੱਲੀ, ਸਾਹਮਣੇ ਜਮਾਟੋ ਵਾਲਾ ਕਰੇ, ਡਰ ਗਈ। ਮੈਨੂੰ ਭਰੋਸਾ ਸੀ ਇਹਨਾਂ ਦੇ ਉੱਪਰ ਹੀ ਡਰ ਜਾਣਗੇ। ਸਹੀ ਗੱਲ ਆ। ਤੇ ਪਰਸੋਂ ਤਾਂ ਜਿਵੇਂ ਕਿ ਤੁਹਾਨੂੰ ਦੱਸਿਆ, ਪਰਸੋਂ ਆਪਾਂ ਜਾਣਾ ਹੈ ਕਿਰਨ ਦੇ ਪੇਕਿਆਂ, ਤੇ ਇਹ ਮੈਨੂੰ ਧੱਕੇ ਨਾਲ ਲੈ ਕੇ ਚੱਲੇ ਨੇ। ਤੁਸੀਂ ਕਮੈਂਟ ਕਰਕੇ ਇਹਨਾਂ ਨੂੰ ਕਹੋ ਵੀ ਨਾਲ ਲੈ ਕੇ ਜਾਓ, ਬਾਈ ਨੂੰ ਕੰਮ-ਕੁਮ ਕਰ ਦੇਣ ਦਿਓ, ਮੈਂ ਇੱਕ ਮਿਊਜ਼ਿਕ ਬਣਾਉਣੇ ਨੇ ਕਿਸੇ ਦੇ। ਤੇ ਇਹ ਕਹਿੰਦੇ ਮੇਰੇ ਨਾਲ ਚੱਲੋ, ਤੇ ਉੱਥੇ ਪਾਵਾਂਗੇ ਹਾਸੀਆਂ ਖੇਡੀਆਂ। ਫਿਰ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਫਿਰ ਮੈਂ ਜਵਾਈਆਂ ਵਾਲੀ ਪੂਰੀ ਰੋਬ ਮਾਰ ਕੇ ਰੱਖਣਾ ਉੱਥੇ, ਤੇ ਰੋਬ ਨਾਲ ਕੰਮ-ਕੁਮ ਕਰਾਊਂਗਾ ਹੈ ਨਾ। ਬਾਅਦ 'ਚ ਪਤਾ ਲੱਗੇ ਮੈਨੂੰ ਕੰਮ ਡਾਇਆ ਇਹਨਾਂ ਨੇ। ਉੱਠ ਭਾਈ ਜੀਜਿਆ, ਨਹੀਂ ਉੱਠ ਭਾਈਆ, ਕੰਮ ਕਰ, ਉੱਠ। ਆ ਕੇ ਸੁੱਤੇ ਆਰਾਮ ਨਾਲ। 3-4 ਦਿਨ ਆਪਾਂ ਨੂੰ ਵੀ ਨਜ਼ਾਰੇ ਆਣਗੇ, ਜਿਵੇਂ ਕੋਈ ਕੰਮ ਨਹੀਂ। ਮਿਲੂਗਾ, ਹਾਂ ਵਲੌਗਸ ਨੂੰ ਵੀ ਚੇਂਜ ਮਿਲੂਗਾ, ਆਪਾਂ ਨੂੰ ਵੀ ਮਿਲੂਗਾ। ਹਾਂ ਵਲੌਗਸ ਨੂੰ ਵੀ ਚੇਂਜ ਕਰੇਗਾ, ਲੇਕਿਨ ਮੈਂ ਆਪਣੇ ਮਿਊਜ਼ਿਕ ਨੂੰ ਬਹੁਤ ਮਿਸ ਕਰੂੰਗਾ, ਕਿਉਂਕਿ ਹੈ ਨਾ। ਚਲੋ ਉੱਤੇ ਗਾਣੇ ਗੁਣੇ ਬੈਠ ਕੇ ਗਾ ਲਿਆ ਕਰਾਂਗੇ। ਮੇਰਾ ਜਿਹੜਾ ਸਾਲਾ ਹੈ ਸਿਮਰਤ, ਉਹਦੇ ਕੋਲ ਹਾਰਮੋਨੀਅਮ ਹੈਗਾ, ਆਪਾਂ ਲਾ ਲਿਆ ਕਰਾਂਗੇ ਰੌਣਕ ਥੋੜੀ ਜਿਹੀ ਉੱਥੇ। ਤੇ ਬਾਕੀ ਜਾਂਦੇ ਆ ਜੀ, ਸੇਵਾ ਪਾਣੀ ਕਰਾਉਂਦੇ ਆ ਸਹੁਰਿਆਂ ਤੋਂ। ਕੱਲ ਆਪਾਂ ਥੋੜੇ ਜਿਹੇ ਜਿਹੜੇ ਪੈਂਡਿੰਗ ਕੰਮ ਨੇ ਉਹ ਕੰਪਲੀਟ ਕਰ ਲਈ, ਕਿਉਂਕਿ ਮੈਂ ਆਪਣੀ ਕਲਾਸਿਸ ਦਾ ਜਿਹੜੇ ਕੁਝ ਮਿਸ ਹੋਣਗੀਆਂ ਉਹ ਪਹਿਲਾਂ ਹੀ ਐਡਵਾਂਸ ਦੇ ਦੂੰਗਾ। ਕੱਲ ਕੁਝ ਉੱਥੇ ਜਾ ਕੇ ਆਨਲਾਈਨ ਦੇ ਦੂੰਗਾ, ਮਤਲਬ ਸਿਸਟਮ ਮੈਂ ਕਰ ਲਿਆ, ਸਾਰਾ ਸੌਰਟ ਕਰ ਲਿਆ। ਔਰ ਕਿਰਨ ਨੇ ਵੀ ਥੋੜੇ ਜਿਹੇ 1-2 ਪੈਂਡਿੰਗ ਕੰਮ ਨੇ ਉਹ ਕਰ ਲੈਣੇ ਨੇ। ਤੇ ਆਪਾਂ ਕੱਲ ਦੀ ਤਿਆਰੀਆਂ ਕਰਕੇ ਕੱਲ ਦੱਸਾਂਗੇ ਕੀ ਪੈਂਡਿੰਗ ਕੰਮ ਨੇ। ਫਿਰ ਪਰਸੋਂ ਸਵੇਰੇ ਨਿਕਲਾਂਗੇ ਤੇ ਤੁਹਾਨੂੰ ਲੈ ਕੇ ਚੱਲਾਂਗੇ ਕਿ ਨਵੀਂ ਜਰਨੀ ਦੇ ਉੱਪਰ। ਕਿਰਨ ਦੇ ਪਿੰਡ ਲਗਾ ਕੇ ਆਵਾਂਗੇ 2-4 ਦਿਨ।
ਠੀਕ ਹੈ, ਤੇ ਉੱਥੋਂ ਦਾ ਰੌਣਕ ਮੇਲਾ ਤੁਹਾਨੂੰ ਦਿਖਾਵਾਂਗੇ। ਤੇ ਹੁਣ ਲੈਣੇ ਤੁਹਾਡੇ ਤੋਂ ਇਜਾਜ਼ਤ, ਕੱਲ ਮਿਲਦੇ ਹਾਂ ਇੱਕ ਨਵੇਂ ਵਲੋਗ ਵਿੱਚ, ਉਦੋਂ ਤੱਕ ਬਾਏ ਬਾਏ।